ਹੈਲੋ ਟੂ एवरीवन। आई होप ਤੁਸੀਂ ਪੁਰਾਣੇ ਲੈਕਚਰ ਸਾਰੇ ਦੇ ਸਾਰੇ ਆਪਦੇ ਦੇਖ ਲਏ ਹੋਣਗੇ। ਠੀਕ ਹੈ, ਅੱਜ ਆਪਾਂ ਨਿਊ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਮੈਗਨੈਟਿਕ ਡਾਈਪੋਲ ਐਂਡ ਅਰਥਸ ਮੈਗਨੇਟਿਜ਼ਮ। ਠੀਕ ਹੈ, ਸਭ ਤੋਂ ਪਹਿਲਾਂ ਸਾਡੀ ਇੰਟਰੋਡਕਸ਼ਨ। ਸਾਨੂੰ ਸਾਰਿਆਂ ਨੂੰ ਪਤਾ ਹੈ ਬਾਰ ਮੈਗਨੇਟ ਕੀ ਹੁੰਦੀ ਹੈ। ਬਾਰ ਮੈਗਨੇਟ ਇੱਕ ਸਕੁਆਇਰ ਵਾਂਗੂ ਰੈਕਟੈਂਗਲ ਵਾਂਗੂ ਹੁੰਦੀ ਹੈ। ਠੀਕ ਹੈ ਨਾ, ਜਿਹਦਾ ਇੱਕ ਸਾਊਥ ਪੋਲ ਹੈ, ਇੱਕ ਨਾਰਥ ਪੋਲ ਹੈ। ਠੀਕ ਹੈ, ਮੈਗਨੈਟਿਕ ਡਾਈਪੋਲ ਅਸੀਂ ਪਿਛਲੇ ਚੈਪਟਰਸ ਵਿੱਚ ਕੀਤੀ ਹੋਈ ਹੈ। ਠੀਕ, ਹੁਣ ਇੱਥੇ ਅਸੀਂ ਕੁਝ ਪੁਆਇੰਟਸ ਨੋਟ ਕਰਨੇ ਆ। ਪ੍ਰੈਫਰਡ ਰੀਜਨ ਆਫ ਅਟਰੈਕਸ਼ਨ ਆਰ ਨੀਅਰ ਟੂ ਐਂਡਸ ਆਫ ਦੀ ਮੈਗਨੇਟ, ਮਤਲਬ ਕਿ ਜਿੱਥੇ ਨਾਰਥ ਪੋਲ ਬਿਲਕੁਲ ਐਂਡ ਹੈ, ਜਿੱਥੇ ਸਾਊਥ ਪੋਲ ਬਿਲਕੁਲ ਐਂਡ ਹੈ, ਇਹ ਇੱਥੇ ਅਟਰੈਕਸ਼ਨ ਐਂਡ ਰਿਪਲਸ਼ਨ ਮੈਕਸੀਮਮ ਐਕਸਪੀਰੀਅੰਸ ਕੀਤੀ ਜਾ ਸਕਦੀ ਹੈ। ਇੱਥੇ ਮੈਗਨੈਟਿਕ ਫੋਰਸ ਜਿਹੜੀ ਹੈ ਬਾਰ ਮੈਗਨੇਟ ਦੇ ਕਰਕੇ ਮੈਕਸੀਮਮ ਹੁੰਦੀ ਹੈ। ਇਹ ਪੁਆਇੰਟ ਹੈ ਜਿਹੜਾ ਤੁਸੀਂ ਰਿਮੈਂਬਰ ਕਰਨਾ ਹੈ। ਠੀਕ, ਉਸ ਤੋਂ ਬਾਅਦ ਆਉਂਦੀਆਂ ਤੁਹਾਨੂੰ ਪ੍ਰੋਪਰਟੀਜ਼ ਪਤਾ ਨੇ ਕਿਉਂਕਿ ਤੁਸੀਂ ਬਹੁਤ ਛੋਟੀ ਕਲਾਸਿਸ ਤੋਂ ਬਾਰ ਮੈਗਨੇਟ ਬਾਰੇ ਪੜ੍ਹਦੇ ਆ ਰਹੇ ਹੋ। ਸਭ ਤੋਂ ਪਹਿਲਾਂ ਤੁਹਾਡੀ ਅਟਰੈਕਟਿਵ ਪ੍ਰੋਪਰਟੀ, ਕਿ ਜਿਹੜੇ ਤੁਹਾਡੇ ਸਮਾਲ ਪੀਸਿਸ ਹੁੰਦੇ ਹੈਗੇ ਕਿ ਮੈਗਨੈਟਿਕ ਸਬਸਟੈਂਸ ਦੇ, ਜਿਵੇਂ ਆਇਰਨ, ਕੋਬਾਲਟ ਜਾਂ ਨਿਕਲ ਹੈ, ਉਹ ਮੈਗਨੇਟ ਜਿਹੜੀ ਹੈ ਉਹਦੇ ਵੱਲ ਨੂੰ ਅਟਰੈਕਟ ਹੋ ਜਾਂਦੇ ਹੈ। ਠੀਕ ਹੈ, ਉਸ ਤੋਂ ਬਾਅਦ ਆਉਂਦੀ ਹੈ ਡਾਇਰੈਕਟਿਵ ਪ੍ਰੋਪਰਟੀ। ਡਾਇਰੈਕਟਿਵ ਪ੍ਰੋਪਰਟੀ ਮਤਲਬ ਜੇ ਅਸੀਂ ਇੱਕ ਬਾਰ ਮੈਗਨੇਟ ਨੂੰ ਜਾਂ ਕਿਸੇ ਵੀ ਮੈਗਨੇਟ ਨੂੰ ਬਿਲਕੁਲ ਫਰੀਲੀ ਅਲਾਈਨ ਕਰ ਦਈਏ ਤਾਂ ਉਹ ਨਾਰਥ ਐਂਡ ਸਾਊਥ ਜੋਗ੍ਰਾਫੀਕਲ ਨਾਰਥ ਐਂਡ ਸਾਊਥ ਪੋਲ ਵੱਲ ਨੂੰ ਕੀ ਕਰਦੇ ਆ, ਅਲਾਈਨ ਕਰ ਜਾਂਦੇ ਆ, ਤਾਂ ਕਿ ਉਹ ਸਾਨੂੰ ਡਾਇਰੈਕਸ਼ਨ ਦੱਸ ਦਿੰਦੇ ਆ। ਦੈਟ ਇਜ਼ ਡਾਇਰੈਕਟਿਵ ਪ੍ਰੋਪਰਟੀ ਆ ਉਹਨਾਂ ਦੀ, ਉਹ ਸਾਨੂੰ ਡਾਇਰੈਕਸ਼ਨ ਦੱਸ ਦਿੰਦੇ ਆ। ਠੀਕ, ਉਸ ਤੋਂ ਬਾਅਦ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਪ੍ਰੋਪਰਟੀ ਹੁੰਦੀ ਹੈਗੀ ਕਿ ਉਹ ਹੈ ਅਨਲਾਈਕ ਪੋਲਸ ਜਿਹੜੇ ਹੈ ਉਹ ਅਟਰੈਕਟ ਕਰਦੇ ਆ ਅਤੇ ਲਾਈਕ ਪੋਲਸ ਜਿਹੜੇ ਹੈ ਉਹ ਰਿਪੈਲ ਕਰਦੇ ਆ। ਠੀਕ ਹੈ, ਮਤਲਬ ਸਾਊਥ ਪੋਲ ਜਿਹੜਾ ਹੈ ਉਹ ਨਾਰਥ ਪੋਲ ਨੂੰ ਅਟਰੈਕਟ ਕਰਦਾ ਹੈ। ਠੀਕ ਹੈ, ਪਰ ਸਾਊਥ ਪੋਲ ਨੂੰ ਕੀ ਕਰੇਗਾ, ਰਿਪੈਲ ਕਰੇਗਾ। ਠੀਕ ਹੈ, ਜਿਹੜੀ ਸਾਡੇ ਕੋਲੇ ਮੈਗਨੇਟ ਦੀ ਸ਼ੋਰ ਟੈਸਟਿੰਗ ਹੁੰਦੀ ਹੈਗੀ ਉਹ ਹੁੰਦੀ ਹੈਗੀ ਰਿਪਲਸ਼ਨ ਨਾਲ। ਠੀਕ ਹੈ, ਜੇ ਸਾਡੇ ਕੋਲੇ ਇਕੱਲਾ ਇੱਕ ਮੈਗਨੇਟ ਹੈ ਅਤੇ ਨਾਲੇ ਕੁਝ ਹੋਰ ਪੀਸਿਸ ਵੀ ਪਏ ਹੈ, ਠੀਕ ਹੈ, ਉਹ ਮੈਗਨੇਟ ਵੱਲ ਨੂੰ ਅਟਰੈਕਟ ਹੋ ਰਹੇ ਹੈ, ਤਾਂ ਅਸੀਂ ਇਹ ਨਹੀਂ ਦੱਸ ਸਕਦੇ ਹੈਗੇ ਕਿ ਦੂਸਰੇ ਪੀਸ ਜਿਹੜਾ ਪਿਆ ਹੈਗਾ ਉਹ ਮੈਗਨੇਟ ਹੈ ਕਿ ਨਹੀਂ ਹੈ। ਪਰ ਉਹਨੂੰ ਟੈਸਟ ਕਰਨ ਵਾਸਤੇ ਸਾਨੂੰ ਕੀ ਕਰਨਾ ਪਏਗਾ, ਅਸੀਂ ਦੋਨੋਂ ਪੋਲਸ ਨਾਲ ਉਹਨੂੰ ਚੈੱਕ ਕਰਾਂਗੇ। ਜੇ ਕਿਸੇ ਪੋਲ ਨਾਲ ਉਹ ਰਿਪਲਸ਼ਨ ਸ਼ੋ ਕਰਨ ਲੱਗ ਗਿਆ, ਇਹਦਾ ਮਤਲਬ ਦੋਨੋਂ ਜਿਹੜੀਆਂ ਸਬਸਟੈਂਸਿਸ ਜਾਂ ਪੀਸਿਸ ਜਿਹੜੇ ਸਾਡੇ ਕੋਲ ਪਏ ਆ ਉਹ ਮੈਗਨੇਟਸ ਨੇ। ਠੀਕ ਹੈ, ਦੁਬਾਰਾ ਸਮਝਾ ਦਿੰਦੀ ਹਾਂ ਕੀ ਹੋ ਰਿਹਾ ਕਿ ਤੁਹਾਡੇ ਕੋਲੇ ਦੋ ਸਬਸਟੈਂਸਿਸ ਪਏ ਆ, ਮਤਲਬ ਦੋ ਪੀਸਿਸ ਪਏ ਆ। ਸਾਨੂੰ ਨਹੀਂ ਪਤਾ ਵੀ ਉਹ ਮੈਗਨੇਟ ਨੇ ਜਾਂ ਉਹ ਮੈਗਨੈਟਿਕ ਮਟੀਰੀਅਲਸ ਨੇ, ਮਤਲਬ ਜਾਂ ਆਇਰਨ, ਕੋਬਾਲਟ, ਨਿਕਲ ਵਗੈਰਾ। ਠੀਕ ਹੈ, ਤਾਂ ਤੁਸੀਂ ਕੀ ਕਰਨਾ ਹੈ, ਇੱਕ ਜਿਹੜਾ ਮਟੀਰੀਅਲ ਹੈ ਉਹਨੂੰ ਐਜ਼ ਇਟ ਇਜ਼ ਰੱਖ ਲਿਆ। ਠੀਕ ਹੈ, ਦੂਸਰੇ ਮਟੀਰੀਅਲ ਨੂੰ ਉਹਦੇ ਕੋਲੇ ਲੈ ਕੇ ਆਏ। ਠੀਕ ਹੈ, ਜੇ ਤਾਂ ਉਹ ਅਟਰੈਕਟ ਹੋ ਗਏ, ਵੈਲ ਐਂਡ ਗੁੱਡ, ਕਿ ਉਹਦੇ ਨਾਲ ਸਾਡੇ ਕੋਲ ਇੱਕ ਡਾਊਟ ਹੈ ਕਿ ਇਹ ਦੋਨੋਂ ਚੀਜ਼ਾਂ ਮੈਗਨੇਟ ਵੀ ਹੋ ਸਕਦੀਆਂ ਅਤੇ ਦੋਨਾਂ ਵਿੱਚੋਂ ਇੱਕ ਮੈਗਨੇਟ ਹੈ, ਇੱਕ ਮੈਗਨੈਟਿਕ ਮਟੀਰੀਅਲ ਵੀ ਹੋ ਸਕਦੇ ਆ। ਤੁਸੀਂ ਉਹਨੂੰ ਸ਼ੋਰ ਸ਼ਾਰਟ ਕਿਵੇਂ ਕਰਨਾ ਹੈ, ਤੁਸੀਂ ਕੀ ਕੀਤਾ, ਇੱਕ ਚੀਜ਼ ਨੂੰ ਤਾਂ ਐਜ਼ ਇਟ ਇਜ਼ ਉਵੇਂ ਹੀ ਰੱਖਿਆ ਹੋਇਆ। ਠੀਕ ਹੈ, ਉਹਦਾ ਇੱਕ ਸਾਊਥ ਪੋਲ ਹੈ, ਇੱਕ ਨਾਰਥ ਪੋਲ ਹੈ। ਤੁਸੀਂ ਇਹ ਨਹੀਂ ਦੇਖਣਾ ਵੀ ਕਿਹੜਾ ਸਾਊਥ ਹੈ ਕਿਹੜਾ ਨਾਰਥ ਹੈ, ਉਹ ਨਹੀਂ ਅਸੀਂ ਟੈਸਟ ਕਰ ਰਹੇ। ਅਸੀਂ ਇਹ ਟੈਸਟ ਕਰ ਰਹੇ ਹਾਂ ਵੀ ਦੋਨੋਂ ਮਟੀਰੀਅਲ ਮੈਗਨੇਟ ਨੇ ਕਿ ਮੈਗਨੈਟਿਕ ਮਟੀਰੀਅਲ ਹੈ ਉਹਨਾਂ ਦੋਨਾਂ ਵਿੱਚੋਂ ਕੋਈ ਇੱਕ। ਠੀਕ ਹੈ, ਤਾਂ ਤੁਸੀਂ ਕੀ ਕਰਨਾ, ਦੂਸਰੇ ਮਟੀਰੀਅਲ ਦੀ ਪੋਲੈਰਿਟੀ ਚੇਂਜ ਕਰਨੀ ਹੈ, ਮਤਲਬ ਕਿ ਉਹਨੂੰ ਉਲਟਾ ਲੈਣਾ। ਠੀਕ ਹੈ, ਜਦੋਂ ਤੁਸੀਂ ਉਲਟਾਇਆ ਅਤੇ ਤੁਸੀਂ ਦੂਸਰੀ ਮੈਗਨੇਟ ਦੇ ਕੋਲੇ ਲੈ ਕੇ ਗਏ, ਤਾਂ ਉਹ ਦੂਸਰੀ ਮੈਗਨੇਟ ਦੇ ਕੋਲੇ ਜਿਵੇਂ ਤੁਸੀਂ ਲੈ ਕੇ ਗਏ, ਜੇ ਤਾਂ ਉਹ ਅਟਰੈਕਟ ਹੋ ਗਿਆ, ਇਹਦਾ ਮਤਲਬ ਉਹ ਮੈਗਨੈਟਿਕ ਮਟੀਰੀਅਲ ਹੈ। ਠੀਕ ਹੈ, ਜੇ ਉਹਨੇ ਰਿਪਲਸ਼ਨ ਸ਼ੋ ਕਰਤੀ, ਠੀਕ ਹੈ, ਇਹਦਾ ਮਤਲਬ ਕੀ ਹੈ, ਉਹ ਇੱਕ ਹੋਰ ਦੂਸਰੀ ਮੈਗਨੇਟ ਹੈ। ਠੀਕ ਹੈ, ਇਸ ਕਰਕੇ ਇਹ ਸ਼ੋਰ ਸ਼ਾਰਟ ਟੈਸਟ ਹੁੰਦਾ ਜਿਹੜਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਨੈਕਸਟ ਸਾਡੇ ਕੋਲ ਟੌਪਿਕ ਹੈ ਮੈਗਨੈਟਿਕ ਡਾਈਪੋਲ ਐਂਡ ਮੈਗਨੈਟਿਕ ਡਾਈਪੋਲ ਮੂਵਮੈਂਟ। ਅਸੀਂ ਪਹਿਲਾਂ ਵੀ ਕੀਤਾ ਹੋਇਆ ਹੈਗਾ ਇਹ ਹਲਕਾ ਫੁਲਕਾ। ਮੈਗਨੈਟਿਕ ਡਾਈਪੋਲ ਕੀ ਹੁੰਦੀ ਹੈਗੀ ਕਿ ਅਰੇਂਜਮੈਂਟ ਆਫ ਟੂ ਮੈਗਨੈਟਿਕ ਪੋਲਸ ਆਫ ਇਕੁਅਲ ਐਂਡ ਆਪੋਜ਼ਿਟ ਸਟਰੈਂਥ ਸੈਪਰੇਟਡ ਬਾਈ ਅ ਫਾਈਨਾਈਟ ਡਿਸਟੈਂਸ। ਠੀਕ ਹੈ, ਇਸ ਨੂੰ ਅਸੀਂ ਮੈਗਨੈਟਿਕ ਡਾਈਪੋਲ ਕਹਿੰਦੇ ਹਾਂ, ਵਿਚ ਇਜ਼ ਡਿਨੋਟਡ ਬਾਈ ਐਮ। ਠੀਕ ਹੈ, ਤੁਹਾਡੀ ਜਿਹੜੀ ਬਾਰ ਮੈਗਨੇਟ ਹੁੰਦੀ ਹੈਗੀ ਕਿ ਉਹਦੇ ਵਿੱਚ ਮੈਗਨੈਟਿਕ ਡਾਈਪੋਲ ਹੁੰਦਾ ਹੀ ਹੈ। ਕਿਉਂਕਿ ਮੈਗਨੇਟ ਜਿਹੜੀ ਹੈ ਉਹ ਕਦੇ ਵੀ ਯੂਨੀਪੋਲ ਨਹੀਂ ਐਗਜ਼ਿਸਟ ਕਰਦੀ। ਜੇ ਕਿਤੇ ਨਾਰਥ ਪੋਲ ਹੈ ਤਾਂ ਉਹਦੇ ਨਾਲ ਸਾਊਥ ਪੋਲ ਜ਼ਰੂਰ ਹੋਏਗਾ। ਠੀਕ ਹੈ, ਅਤੇ ਉਹ ਨਾਰਥ ਪੋਲ ਐਂਡ ਸਾਊਥ ਪੋਲ ਇੱਕ ਦੂਜੇ ਤੋਂ ਕਿਸੇ ਡਿਸਟੈਂਸ ਨਾਲ ਸੈਪਰੇਟਡ ਹੋਣਗੇ, ਤਾਂ ਇਹ ਸਾਰੇ ਦੇ ਸਾਰੇ ਅਰੇਂਜਮੈਂਟ ਨੂੰ ਅਸੀਂ ਕੀ ਕਹਿੰਦੇ ਹਾਂ, ਮੈਗਨੈਟਿਕ ਡਾਈਪੋਲ। ਠੀਕ ਹੈ ਜੀ, ਹੁਣ ਨੈਕਸਟ ਆਉਂਦੀ ਹੈ ਸਾਡੇ ਕੋਲ ਮੈਗਨੈਟਿਕ ਲੈਂਥ। ਮੈਗਨੈਟਿਕ ਲੈਂਥ ਮਤਲਬ ਡਿਸਟੈਂਸ ਬਿਟਵੀਨ ਟੂ ਪੋਲਸ ਆਫ ਅ ਬਾਰ ਮੈਗਨੇਟ। ਕਾਹਦੇ ਨਾਲ ਡਿਨੋਟ ਕਰਨੀ ਹੈ, 2L ਨਾਲ। ਠੀਕ ਹੈ ਜੀ, ਉਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਮੈਗਨੈਟਿਕ ਡਾਈਪੋਲ ਮੂਵਮੈਂਟ। ਉਵੇਂ ਜਿਵੇਂ ਸਾਡੀ ਦੂਸਰੀ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਸੀਗੀ, ਉਵੇਂ ਸਾਡੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੋਏਗੀ। ਇਹਨੂੰ ਅਸੀਂ ਕੈਪੀਟਲ M ਨਾਲ ਡੋਨੇਟ ਕਰਾਂਗੇ। ਕੀ ਹੋਏਗੀ, ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਫਾਰਮੂਲਾ ਕੀ ਹੋਏਗਾ, ਸਮਾਲ m × 2L।
ਸਮੋਲ m ਕੀ ਹੈ ਸਾਡੇ ਕੋਲੇ ਮੈਗਨੈਟਿਕ ਡਾਈਪੋਲ, 2l ਕੀ ਹੈ ਸਾਡੇ ਕੋਲੇ ਮੈਗਨੈਟਿਕ ਲੈਂਥ। ਠੀਕ, ਹੁਣ ਇਹਦੇ SI ਯੂਨਿਟਸ ਜਿਹੜੇ ਤੁਹਾਨੂੰ ਹਮੇਸ਼ਾ ਪਤਾ ਹੋਣੇ ਚਾਹੀਦੇ ਆ ਕਿਉਂਕਿ ਅਸੀਂ ਨੂਮੈਰੀਕਲ ਸੋਲਵ ਕਰਨੇ ਹੁੰਦੇ ਆ। ਇਹਦੇ SI ਯੂਨਿਟ ਨੇ ਐਂਪੀਅਰ ਮੀਟਰ ਸਕੁਆਇਰ, ਇੱਥੇ ਸਕੁਆਇਰ ਆਉਣਾ ਸੀਗਾ ਬੇਟਾ, ਉਹ ਕਿਤੇ ਮਿਸ ਆਊਟ ਹੋ ਗਿਆ, ਪਲੀਜ਼ ਉਹਨੂੰ ਲਿਖ ਲਓ ਐਂਪੀਅਰ ਮੀਟਰ ਸਕੁਆਇਰ। ਨੈਕਸਟ ਟੌਪਿਕ ਅਸੀਂ ਕਰਨਾ ਹੈ ਕਰੰਟ ਲੂਪ ਐਜ਼ ਅ ਮੈਗਨੈਟਿਕ ਡਾਈਪੋਲ। ਇੱਥੇ ਕੀ ਹੈ ਕਿ ਆਪਾਂ ਇੱਕ ਕਰੰਟ ਕੈਰਿੰਗ ਲੂਪ ਲੈਣਾ ਅਤੇ ਆਪਾਂ ਦੇਖਣਾ ਹੈ ਕਿ ਉਹ ਮੈਗਨੈਟਿਕ ਡਾਈਪੋਲ ਵਾਂਗੂ ਕਿਵੇਂ ਐਕਟ ਕਰ ਰਿਹਾ। ਠੀਕ ਹੈ, ਇੱਥੇ ਅਸੀਂ ਕਰੰਟ ਕੈਰਿੰਗ ਲੂਪ ਲਿਆ ਆਹ ਵਾਲਾ ਸਰਕਲ। ਠੀਕ ਹੈ ਜੀ, ਇਹਦੇ ਵਿੱਚੋਂ ਕਰੰਟ ਪਾਸ ਹੋ ਰਿਹਾ ਹੈ ਇਸ ਡਾਇਰੈਕਸ਼ਨ 'ਚ, ਮਤਲਬ ਕਿ ਐਂਟੀ ਕਲੋਕਵਾਈਜ਼ ਡਾਇਰੈਕਸ਼ਨ 'ਚ। ਇਹ ਐਂਟੀ ਕਲੋਕਵਾਈਜ਼ ਡਾਇਰੈਕਸ਼ਨ 'ਚ ਜਿਹੜਾ ਕਰੰਟ ਪਾਸ ਹੋ ਰਿਹਾ ਹੈ ਇਸ ਦੇ ਕਰਕੇ ਮੈਗਨੈਟਿਕ ਫੀਲਡ ਆਏਗੀ। ਠੀਕ ਹੈ, ਮੈਗਨੈਟਿਕ ਫੀਲਡ ਅਸੀਂ ਸਾਰਾ ਦਾ ਸਾਰਾ ਦੇਖਣਾ ਹੈਗਾ ਗਾ ਅਤੇ ਸਾਨੂੰ ਪਤਾ ਲੱਗੇਗਾ ਕਿ ਇਹ ਮੈਗਨੈਟਿਕ ਡਾਈਪੋਲ ਵਾਂਗੂ ਐਕਟ ਕਰਨ ਲੱਗ ਜਾਂਦਾ। ਦਿਸ ਇਜ਼ ਸਿਮਿਲਰ ਟੂ ਹੈਵਿੰਗ ਅ ਮੈਗਨੇਟ ਹੇਅਰ। ਠੀਕ ਹੈ, ਇਹਦੇ ਲਈ ਸਾਨੂੰ ਕੰਸੀਡਰ ਕਰਨਾ ਪਏਗਾ ਇੱਕ ਸਰਕੂਲਰ ਲੂਪ ਵਿਚ ਇਜ਼ ਕੈਰਿੰਗ ਕਰੰਟ I। ਠੀਕ ਹੈ, ਹੁਣ ਸਪੋਜ਼ ਇਹ ਕਰੰਟ ਫਲੋ ਕਰ ਰਿਹਾ ਐਂਟੀ ਕਲੋਕਵਾਈਜ਼ ਡਾਇਰੈਕਸ਼ਨ 'ਚ। ਅਸੀਂ ਇੱਥੇ ਦੇਖਿਆ ਹੀ ਹੈ ਕਿ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਹੈ। ਹੁਣ ਬਾਏ ਬਾਇਰਡ-ਸੈਵਿਟ ਲਾਅ ਲੈ ਲਓ ਜਾਂ ਰਾਈਟ ਹੈਂਡ ਥੰਬ ਰੂਲ, ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਹੈਗੀਆਂ ਉਹ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਆ ਰਹੀਆਂ। ਜੇ ਅਸੀਂ ਇਸ ਪੁਆਇੰਟ 'ਤੇ ਦੇਖਦੇ ਹਾਂ ਮੈਗਨੈਟਿਕ ਫੀਲਡ ਲਾਈਨਸ, ਠੀਕ ਹੈ, ਰਾਈਟ ਹੈਂਡ ਥੰਬ ਰੂਲ ਨਾਲ ਐਵੇਂ ਐਵੇਂ ਕਰਕੇ ਆ ਜਿਹੜੀਆਂ ਸਰਕੂਲਰ ਲਾਈਨਸ ਬਣ ਰਹੀਆਂ ਇਹ ਸਾਡੀਆਂ ਮੈਗਨੈਟਿਕ ਫੀਲਡ ਲਾਈਨਸ ਨੇ। ਠੀਕ ਹੈ ਜੀ, ਅਤੇ ਇਹ ਸਵਰਲ ਕਰਦੇ ਹੁੰਦੇ ਹੈਗੇ ਕਿ ਆਪਾਂ ਉਸੇ ਡਾਇਰੈਕਸ਼ਨ 'ਚ ਸਾਨੂੰ ਮੈਗਨੈਟਿਕ ਫੀਲਡ ਦਿਖ ਜਾਂਦੀ ਹੁੰਦੀ ਹੈ, ਤਾਂ ਇਹ ਉਹੀ ਜਿਹੜੇ ਸਾਡੇ ਐਰੋਜ਼ ਲੱਗੇ ਹੋਏ ਆ ਉਹ ਸਾਡੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੱਸ ਰਹੇ ਆ। ਇਸ ਪੁਆਇੰਟ 'ਤੇ ਲੈਂਦੇ ਹਾਂ ਤਾਂ ਇਹ ਡਾਇਰੈਕਸ਼ਨ ਉਲਟੀ ਹੋ ਰਹੀ ਹੈ, ਦਿਖ ਰਿਹਾ। ਉਸ ਤੋਂ ਬਾਅਦ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਨੇ ਉਹ ਲੱਗ ਰਿਹਾ ਕਿ ਲੋਅਰ ਫੇਸ ਆਫ ਦੀ ਕੋਇਲ ਤੋਂ ਐਂਟਰ ਕਰ ਰਹੀਆਂ, ਠੀਕ ਹੈ, ਅਤੇ ਅਪਰ ਫੇਸ ਆਫ ਦੀ ਕੋਇਲ ਤੋਂ ਲੀਵ ਕਰ ਰਹੀਆਂ। ਠੀਕ ਹੈ, ਅਤੇ ਇਹ ਮੈਗਨੈਟਿਕ ਫੀਲਡ ਲਾਈਨਸ ਜਿਸ ਹਿਸਾਬ ਨਾਲ ਬਣ ਰਹੀਆਂ ਉਹ ਕਿਵੇਂ ਬਿਲਕੁਲ ਐਗਜ਼ੈਕਟਲੀ ਉਸ ਤਰੀਕੇ ਦੀਆਂ ਮੈਗਨੈਟਿਕ ਫੀਲਡ ਲਾਈਨਸ ਨੇ ਜਿਸ ਤਰੀਕੇ ਦੀਆਂ ਇੱਕ ਮੈਗਨੇਟ ਸ਼ੋ ਕਰਵਾਉਂਦਾ। ਠੀਕ ਹੈ, ਹੈਂਸ ਅਸੀਂ ਕਹਿ ਸਕਦੇ ਹਾਂ ਕਿ ਕਰੰਟ ਕੈਰਿੰਗ ਸਰਕੂਲਰ ਲੂਪ ਬਿਹੇਵ ਕਰਦਾ ਐਜ਼ ਅ ਮੈਗਨੈਟਿਕ ਡਾਈਪੋਲ ਜਾਂ ਫਿਰ ਇੱਕ ਬਾਰ ਮੈਗਨੇਟ। ਠੀਕ ਹੈ, ਹੁਣ ਅਸੀਂ ਅੱਗੇ ਦੇਖਦੇ ਹੈਗੇ ਕਿ ਜਦੋਂ ਅਸੀਂ ਇਹ ਐਕਸਪੈਰੀਮੈਂਟ ਕੀਤਾ ਤਾਂ ਜਿਹੜਾ ਇਹ ਮੈਗਨੈਟਿਕ ਡਾਈਪੋਲ ਮੂਵਮੈਂਟ ਹੈ ਦੈਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਕਰੰਟ ਐਂਡ ਏਰੀਆ ਆਫ ਕਰੰਟ ਲੂਪ। ਠੀਕ ਹੈ, ਜਿਹੜਾ ਇਹ ਲੂਪ ਦਾ ਏਰੀਆ ਹੋਏਗਾ ਉਹ 'ਤੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਅਤੇ ਜਿੰਨਾ ਕਰੰਟ ਹੋਏਗਾ ਉਸ ਦੇ ਉੱਪਰ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਮੈਗਨੈਟਿਕ ਡਾਈਪੋਲ ਮੂਵਮੈਂਟ ਜੋ ਇਸ ਲੂਪ ਦੇ ਕਰਕੇ ਪ੍ਰੋਡਿਊਸ ਹੋ ਰਿਹਾ। ਅਸੀਂ ਦੋਨੋਂ ਇਕੁਏਸ਼ਨਸ ਨੂੰ ਕੀ ਕੀਤਾ, ਕੰਬਾਈਨ ਕਰ ਲਿਆ, ਇੱਕ ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਇੰਟਰੋਡਿਊਸ ਕਰਤੀ ਜਿਹਦੀ ਕਿ ਵੈਲਿਊ 1 ਆ ਰਹੀ ਹੈ। ਇਸ ਕਰਕੇ ਸਾਡੇ ਕੋਲ ਫਾਰਮੂਲਾ ਆ ਗਿਆ m=IA। ਇਹ ਵੈਕਟਰ ਇੱਕ ਵੈਕਟਰ ਨੋਟੇਸ਼ਨ ਹੈ ਮੈਗਨੈਟਿਕ ਡਾਈਪੋਲ, ਇਸ ਕਰਕੇ ਸਾਡੇ ਕੋਲ ਫਾਰਮੂਲਾ ਆ ਗਿਆ m=I×A। ਹੁਣ ਇਹ ਕੈਪ ਦਾ ਐਰੋਜ਼ ਦਾ ਮਤਲਬ ਹੈ ਕਿ ਇਹ ਵੈਕਟਰ ਕੁਆਂਟੀਟੀਜ਼ ਹੋ ਗਈਆਂ। ਇਹ ਫਾਰਮੂਲਾ ਅਸੀਂ ਕੱਢਿਆ ਸਿਰਫ ਇੱਕ ਟਰਨ ਵਾਸਤੇ। ਜੇ ਸਾਡੇ ਕੋਲ n ਨੰਬਰ ਆਫ ਟਰਨਸ ਨੇ ਤਾਂ ਫਾਰਮੂਲਾ ਚੇਂਜ ਹੋ ਕੇ m=NIA ਹੋ ਜਾਏਗਾ। ਇੱਥੇ ਜਿਹੜਾ n×I ਹੈ ਉਸਨੂੰ ਅਸੀਂ ਐਂਪੀਅਰ ਟਰਨਸ ਆਫ ਸਰਕੂਲਰ ਲੂਪ ਕਹਿੰਦੇ ਹਾਂ। ਠੀਕ ਹੈ, ਤਾਂ ਸਾਨੂੰ ਪਤਾ ਲੱਗ ਗਿਆ ਕਿ ਮੈਗਨੈਟਿਕ ਡਾਈਪੋਲ ਜਿਹੜਾ ਹੈ ਉਹ ਕੀ ਹੋਏਗਾ, ਐਂਪੀਅਰ ਟਰਨਸ ਮਲਟੀਪਲਾਈ ਬਾਈ ਏਰੀਆ ਆਫ ਦੀ ਕੋਇਲ, ਇਸ ਦੇ ਇਕੁਅਲ ਹੋਏਗਾ। ਠੀਕ, ਉਸ ਤੋਂ ਬਾਅਦ ਸਾਡੇ ਕੋਲ ਟੌਪਿਕ ਆਉਂਦਾ ਹੈ ਕਿ ਜਿਹੜਾ ਇੱਕ ਐਟਮ ਹੈ ਦੈਟ ਬਿਹੇਵਸ ਐਜ਼ ਅ ਮੈਗਨੈਟਿਕ ਡਾਈਪੋਲ। ਠੀਕ ਹੈ, ਐਟਮ ਵਿੱਚ ਕੀ ਹੁੰਦਾ, ਸੈਂਟਰ ਵਿੱਚ ਇੱਕ ਨਿਊਕਲੀਅਸ, ਠੀਕ ਹੈ, ਉਹਦੇ ਆਲੇ ਦੁਆਲੇ ਇਲੈਕਟ੍ਰੋਨ ਮੂਵ ਕਰ ਰਹੇ ਹੁੰਦੇ ਆ। ਠੀਕ, ਇਲੈਕਟ੍ਰੋਨ ਮੂਵ ਕਰ ਰਹੇ ਹੁੰਦੇ ਆ ਹਰੇਕ ਔਰਬਿਟ ਵਿੱਚ ਇਲੈਕਟ੍ਰੋਨ ਮੂਵ ਕਰ ਰਿਹਾ ਵਿਦ ਅ ਵੈਲੋਸਿਟੀ। ਠੀਕ ਹੈ, ਹੁਣ ਇੱਥੇ ਅਸੀਂ ਦੇਖਣਾ ਹੈਗਾ ਕਿ ਜਿਹੜਾ ਇਲੈਕਟ੍ਰੋਨ ਹੈ ਉਹ ਰਿਵੋਲਵ ਕਰ ਰਿਹਾ ਹੈ ਅਰਾਊਂਡ ਦ ਨਿਊਕਲੀਅਸ, ਹੈਂਸ ਸਰਕੂਲਰ ਔਰਬਿਟਸ ਜਿਹੜੇ ਬਣ ਗਏ ਇਲੈਕਟ੍ਰੋਨਸ ਦੇ। ਠੀਕ ਹੈ, ਇਹ ਜਿਹੜੇ ਸਰਕੂਲਰ ਔਰਬਿਟਸ ਨੇ ਉਹਨਾਂ ਵਿੱਚੋਂ ਅਸੀਂ ਇੱਕ ਸਮਾਲ ਕਰੰਟ ਲੂਪ ਕੰਸੀਡਰ ਕਰ ਲਿਆ। ਠੀਕ ਹੈ, ਇਸ ਤੋਂ ਸਾਨੂੰ ਪਤਾ ਲੱਗਿਆ ਵੀ ਹੈ ਨਾ ਉਹ ਮੈਗਨੈਟਿਕ ਡਾਈਪੋਲ ਮੂਵਮੈਂਟ ਜ਼ਰੂਰ ਕੈਰੀ ਕਰ ਰਿਹਾ ਹੋਏਗਾ। ਉਹਨੂੰ ਫਾਈਂਡ ਕਰਨ ਵਾਸਤੇ ਅਸੀਂ ਕੀ ਕੀਤਾ, ਸਪੋਜ਼ ਕੀਤਾ ਇੱਕ ਇਲੈਕਟ੍ਰੋਨ ਜਿਹਦਾ ਮਾਸ me ਹੈ ਅਤੇ ਚਾਰਜ E ਹੈ। ਠੀਕ ਹੈ, ਇਹ ਰਿਵੋਲਵ ਕਰ ਰਿਹਾ ਹੈ ਸਰਕੂਲਰ ਔਰਬਿਟ ਆਫ ਰੇਡੀਅਸ r ਦੇ ਵਿੱਚ। ਇੱਥੇ ਐਂਗੂਲਰ ਮੋਮੈਂਟਮ ਆਫ ਇਲੈਕਟ੍ਰੋਨ ਕੀ ਬਣਿਆ, L ਮਾਸ ਇੰਟੂ ਵੈਲੋਸਿਟੀ ਇੰਟੂ ਰੇਡੀਅਸ। ਨੈਕਸਟ ਅਸੀਂ ਕਰਨਾ ਹੈ ਕਿ ਇਹਦਾ ਟਾਈਮ ਪੀਰੀਅਡ ਲਿਆ ਆਪਾਂ, ਪੀਰੀਅਡ ਆਫ ਦੀ ਔਰਬਿਟਲ ਮੋਸ਼ਨ ਆਫ ਇਲੈਕਟ੍ਰੋਨ ਆਪਾਂ ਇਹ ਸਪੋਜ਼ ਕਰ ਲਿਆ ਕੈਪੀਟਲ T ਹੈ। ਠੀਕ ਹੈ, ਕਰੰਟ ਕੀ ਹੁੰਦਾ ਹੈ, ਕਰੰਟ ਦਾ ਫਾਰਮੂਲਾ ਹੁੰਦਾ ਹੈ ਚਾਰਜ ਡਿਵਾਈਡਡ ਬਾਏ ਟਾਈਮ। ਕਰੰਟ ਦਾ ਫਾਰਮੂਲਾ ਹੁੰਦਾ ਹੈ Q/time।
ठीक है। तो इत्थे चार्ज की है इलैक्ट्रॉन के उपर चार्ज ई, तो टाइम कितना हैगा गा कैपिटल टी, असी वो वैल्यूज़ पुट करतियाँ। सानू पता है टाइम पीरियड की हुंदा है, टाइम का जनरल फॉर्मूला जो आप छोटे होंदे तो करते आ रहे हैं वो की है, टाइम इज़ इक्वल टू डिस्टेंस डिवाइडेड बाय वेलोसिटी। असी वो फॉर्मूला तो चार्ज तो ई अपने को पता ही है, आपां चार्ज ऑफ इलैक्ट्रॉन ई लिया होया है, असी ये सारे फॉर्मूलाज विच इंटरप्रेट किए। हुण सानू पता है एरिया ऑफ अ सर्कल की हुंदा है पाई आर स्क्वायर, सानू पता है मैगनैटिक डायपोल की हुंदा आई इंटू ए, असी आई की वैल्यू इत्थों चक ली, ए की वैल्यू पाई आर स्क्वायर कर ली, तो इत्थों साढ़े को एम की वैल्यू आ गई ई वी आर डिवाइडेड बाय 2। ठीक है। हुण इत्थों असी की किया, मल्टीप्लाई किया तो डिवाइड किया मास के नाल। ठीक है। क्यों मल्टीप्लाई एंड डिवाइड किया मास के नाल, ताकि आप एंगूलर मोमेंटम की टर्म्स विच एम की वैल्यू कढ़ सकीए। ठीक है। जो आप मल्टीप्लाई एंड डिवाइड किया मास के नाल, तो साढ़े को एम की वैल्यू की आ गई ई डिवाइडेड बाय 2m, ई मतलब मास ऑफ इलैक्ट्रॉन मल्टीप्लाई बाय एंगूलर मोमेंटम। वैक्टर फॉर्म में जो असी इहनूं लिखना होवे तां एल एक वैक्टर है, तो इत्थे असी नैगेटिव साइन इंट्रोड्यूस करवा रहे हैं। नैगेटिव साइन क्यों इंट्रोड्यूस करवा रहे हैं, क्योंकि इलैक्ट्रॉन को चार्ज जिहड़ा हुंदा है वो नैगेटिव हुंदा है। ठीक। अगे असी लानी है बोहर थ्योरी। बोहर थ्योरी सानू कहती है कि एंगूलर मोमेंटम जिहड़ा है दैट इज़ इक्वल टू एन इंटू एच इंटू डिवाइडेड बाय 2πr। एन इत्थे कि तुसी किहड़ा ऑर्बिटल का नंबर लै रहे हो, फस्ट ऑर्बिटल, सैकेंड ऑर्बिटल, थर्ड ऑर्बिटल। एच अपना कॉन्सटेंट है, आर अपना रेडियस कि किहड़े ऑर्बिटल तक है ना, वह रेडियस कितना है फ्रॉम द न्यूक्लियस। ठीक है। एन की वैल्यू 1 तो स्टार्ट होएगी। ठीक। हुण जे ये दोनों चीज़ों आपां इक्वल कर दिंदे आ, ਇਹਦੀ वैल्यू ये पा देंगे हैगे एंगूलर मोमेंटम नहीं एम दे विच, तो साढ़े को वैल्यूज़ की आंदी है एम इज़ इक्वल टू ई डिवाइडेड बाय 2me इंटू एन एच अपॉन 2πr। ठीक। हुण ये वैल्यू आंदी हैगी कि असीं इहनूं रीअरेंज करके सानूं पता लगता है कि यह एन दे प्रपोर्शनल हो रही है। ठीक है। जिहड़ी बाकी रेस्ट ऑफ द वैल्यू जिहड़ी बच रही हैगी दैट इज़ अ कॉन्सटेंट वैल्यू। ठीक है। ਆਪਾਂ जानते हैं एन स्टार्ट्स फ्रॉम 1। ठीक है। तो बाकी जी वैल्यू आह बच रही हैगी है, ठीक, ये किहदे इक्वल होंदी है, इट इज़ द लीस्ट वैल्यू ऑफ मैगनैटिक मोमेंट। ठीक है। जिसनों असी बोहर मैगनेटॉन कहने। ठीक। इनू असी बोहर मैगनेटॉन कहने, तो आप इसकी वैल्यू कैलकुलेट भी कर सकते हैं। जे असी सारिया ये कॉन्सटेंट वैल्यूज़ पुट करते हैं तो साढ़े को बोहर मैगनेट्रॉन की वैल्यू आती है 9.27 इंटू 10⁻⁻24 एम्पीयर मीटर स्क्वायर। इस वैल्यू में याद रखना अच्छा है तुहाडे वास्ते फॉर मल्टीपल चॉइस क्वेश्चन ऑल्सो। ठीक है। पर यह नाम जरूर याद रखना है, बोहर मैगनेट्रॉन। ठीक है। म्यू भी होंगे। नैक्सट टॉपिक जिहड़ा असीं करना है वो है बार मैगनेट एज एन इक्वलेंट सोलेनॉइड। इत्थे असीं एक सोलेनॉइड कंसीडर किया, असीं देखना है कि वह बार मैगनेट की तरह किवें एक्ट करता है। ठीक है। इस दे वास्ते असीं की कीता, कंसीडर किया एक स्ट्रेट सोलेनॉइड ऑफ लेंथ L। ठीक। उहदा एरिया ऑफ क्रॉस सैक्शन A लै लिया। ठीक है। उहदे विचों करंट कितना पास हो रहा है I, करंट I इस सोलेनॉइड विचों पास हो रहा है। जिहड़ा ईच टर्न है इस सोलेनॉइड की वो छोटा 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 मैगनेटिक डायपोल शो कर रही है, क्योंकि एवें करके घूम रहा है। ठीक है। तो यह एक पासे साउथ पोल एक पासे नॉर्थ पोल, बिकॉज वो असीं किवें कढ सकते हैं बाय द मोशन ऑफ करंट कि वो क्लॉकवाइज चल रहा है कि एंटी क्लॉकवाइज चल रहा है। ठीक है। जे वो क्लॉकवाइज चल रहा होगा तो सानू आह एस तो पता लग जाता है एवें करके। ठीक है। जे करंट क्लॉकवाइज है तो वह पोल किहड़ा पोलैरिटी होएगी साउथ पोल, जे करंट एंटी क्लॉकवाइज है तो पोलैरिटी की होएगी नॉर्थ पोल। ठीक है। तुसीं हमेशा ये तो याद कर सकते हो एवें 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 एरोज बना के, ਇਹਦਾ मतलब एंटी क्लॉकवाइज चल रहा होएगा जे किते करंट तो वह नॉर्थ पोल होएगा, क्लॉकवाइज चल रहा होएगा करंट तो वह साउथ पोल होएगा। ठीक। हुण साडे कोले मैगनैटिक डायपोल मोमेंट इत्थे की आएगी I इंटू A। हुण नंबर ऑफ सच स्मॉल मैगनैटिक डायपोल्स किहदे इक्वल हो जाती है कि साडे कोले एक वड्डा सारा सोलेनॉइड बनया हुआ इज़ इक्वल टू द नंबर ऑफ टर्नस इन दी सोलेनॉइड। ठीक है। छोटे 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 जिन्नियां टर्नस ज़्यादा होंदियां जाणगियां उन्नियां ही साडे कोले ये छोटे छोटे मैगनेट्स ज़्यादा होंदे जाणगे। करंट कैरिंग सोलेनॉइड कैन बी रिप्लेसड बाय सिंगल मैगनेट। ये छोटिया छोटिया जिहड़ियां मैगनेट्स हैगियां असीं एवें कंसीडर कर लांगे कि इकट्ठियां जॉइंट ने।
ठीक है, क्यों? क्योंकि इधर साउथ है, इधर नॉर्थ है, फिर साउथ है, फिर नॉर्थ है, एक दूजे नाल अट्रैक्शन विच शो करके ਆਪਾਂ ਇਹਨਾਂ ਨੂੰ रिप्लेस कर सकते हैं एक सिंगल लार्जर मैगनेट ਦੇ ਨਾਲ। ਹੁਣ ਇਹਨਾਂ ਦਾ इक्विवेलेंट मैगनेटिक डाइपोल मोमेंट की होएगा, n टर्न्स ਦਾ n इंटू आई इंटू ए। सिंपल सिंगल ਦਾ आई ए ਸੀਗਾ ਤਾਂ n टर्न्स ਦਾ की होएगा n इंटू आई इंटू ए। ਹੁਣ ਨੈਕਸਟ ਸਾਡੇ ਕੋਲੇ ਆਉਂਦਾ ਹੈ ਗੌਸ ਲॉ ਇਨ ਮੈਗਨੇਟਿਜ਼ਮ। ठीक, ਹੁਣ ਗੌਸ ਲॉ ਅਸੀਂ ਇਲੈਕਟ੍ਰੋਮੈਗਨੇਟ ਉੱਥੇ ਇਲੈਕਟ੍ਰਿਸਿਟੀ ਵਿੱਚ ਕੀਤਾ ਸੀਗਾ, ਉੱਥੇ ਸੀਗਾ कि E डॉट डी एस ਜਿਹੜਾ क्लोज इंटरवल ਹੁੰਦਾ है दैट इज़ इक्वल टू Q अपॉन एप्सिलॉन नॉट, यही ਸੀਗਾ। ठीक है, पर ਇੱਥੇ ਕਦੇ ਵੀ ਇੱਕ ਸਿੰਗਲ ਪੋਲ ਤਾਂ ਐਗਜ਼ਿਸਟ ਕਰਦਾ ਹੀ ਨਹੀਂ। ठीक है, आइसोलेटेड मैगनेटिक पोल डू नॉट एग्जिस्ट। इस करके जे क्लोज सरफेस विच आपां मैगनेटिक डाइपोल देखते हैं तो वो हमेशा एक पेयर विच हुंदा है, एक साउथ पोल एक नॉर्थ पोल हुंदा ही हुंदा है, तो एक दूजे के ऑपोजिट पोल्स होंगे हैं, तां करके जिहड़ा नैट पोल है वो जीरो हो जाता है। ठीक है, तो साडे कोले वैल्यू की आती है बी डॉट डी एस दी इक्वल टू जीरो। ये साडा की है गॉस लॉ है मैगनेटिज्म विच। इत्थे इलैक्ट्रिक फील्ड नूं मैगनेटिक फील्ड नाल रिप्लेस करता, पूरे सरफेस दे इनक्लोज करता, तो अंदर क्योंकि इत्थे मोनोपोल जिहड़ा है वो एग्जिस्ट नहीं कर रहा, इस करके वो जीरो हो गया। ठीक है, इक्वल एंड ऑपोजिट पोल्स एग्जिस्ट कर रहे हैं तो एक दूसरे को कैंसल करके। इस गॉस लॉ के कुछ कॉन्सीक्वेंसिस ने बेटा, ये थोड़े जिहे इंपॉर्टेंट होंगे, तुहानूं पता होने चाहिए कि गॉस लॉ तो सानूं की पता लग रहा है। सब तो पहला सानूं ये पता लग रहा है कि जिहड़ियां नंबर ऑफ मैगनेटिक फील्ड लाइनस किसी भी क्लोज सरफेस नूं लीव कर रही हैं तो उहदे विच एंटर कर रही हैं, वो बिल्कुल ईक्वल होंदियां हैगियां। ठीक है, बिल्कुल ईक्वल होंदियां। ते दूसरा जिहड़ी चीज़ यह कॉन्सीक्वेंस सानूं गॉस लॉ दिंदा है वो है कि आइसोलेटेड मैगनेटिक पोल जिहड़ा है वो एग्जिस्ट नहीं करता। मतलब कि कल्ला एक पोल कि नॉर्थ पोल होवे या कल्ला साउथ पोल, ये कदे भी एग्जिस्ट नहीं करता। ये गॉस लॉ तो दा एक कॉन्सीक्वेंस है, मतलब इहदा रिजल्ट है। हुण नैक्सट असीं एक टॉपिक जिहड़ा करना है वो है मैगनेटिक फील्ड लाइनस। तुसीं पहलां भी ये कीता ही होया। ठीक है, ये की है एक पाथ है जे साडे कोले आइसोलेटेड नॉर्थ पोल एग्जिस्ट करता है तो ये वो पाथ है जिथे आइसोलेटेड नॉर्थ पोल जिहड़ा है वो फ्रीली मूव करन दईए तो वो मूव करता है। ठीक है, इहदियां कुछ प्रॉपर्टीज़ होंदियां। प्रॉपर्टीज़, पहली प्रॉपर्टी की है कि ये क्लोज्ड कॉन्टीन्यूअस लूप है। ठीक है, ये आउटसाइड दी बॉडी ऑफ द मैगनेट जिहड़ा है ये नॉर्थ पोल टू साउथ पोल चलता है, तो अंदर किवें चलता है फ्रॉम साउथ टू नॉर्थ। तीसरा पॉइंट हैगा कि ये कदे भी जिहड़ियां मैगनेटिक फील्ड लाइनस ने वो एक दूजे नाल इंटरसैक्ट नहीं करदियां। चौथा है कि जे असी मैगनेटिक फील्ड लाइनस का टेंजेंट लै लीए, ठीक है, तो वो सानू मैगनेटिक फील्ड का डायरैक्शन दस दिंदियां हन। ठीक है, उस पॉइंट के उत्ते डायरैक्शन ऑफ मैगनेटिक फील्ड कित्थों पता लगती है? मैगनेटिक फील्ड लाइनस के टेंजेंट तो। ठीक, नैक्सट साडे कोल एक थ्योरैटिकल जिहा टॉपिक आंदा है, वो है अर्थस मैगनेटिज्म। हुण सानू पता है कि अर्थ दे ਆਪਾਂ ਜਦੋਂ ਇੱਥੇ ਕੁਛ ਵੀ ਨਾਰਥ ਪੋਲ ਸਾਊਥ ਪੋਲ ਨੂੰ ਫ੍ਰੀਲੀ ਸਸਪੈਂਡ ਕਰਦੇ ਹਾਂ ਤਾਂ ਉਹ ਇੱਕੋ ਡਾਇਰੈਕਸ਼ਨ ਵਿੱਚ ਅਲਾਈਨ ਹੋ ਜਾਂਦੀ ਹੈ। ਇਹਦਾ ਮਤਲਬ ਸਾਡੀ ਜਿਹੜੀ ਅਰਥ ਹੈ ਉਹ ਵੀ ਕੁਝ ਉਹਦੇ ਅੰਦਰ ਕੁਝ ਮੈਗਨੇਟਿਜ਼ਮ ਪੱਕਾ ਹੋਏਗੀ। ਠੀਕ ਹੈ, ਹੁਣ ਇਹ ਜਿਹੜੀ ਅਰਥ ਹੈ ਉਹ ਰੋਟੇਟ ਕਰਦੀ ਹੈਗੀ ਕਿ ਅਲੋਂਗ ਐਨ ਐਕਸਿਸ, ਉਸ ਐਕਸਿਸ ਨੂੰ ਅਸੀਂ ਜੋਗ੍ਰਾਫੀਕਲ ਐਕਸਿਸ ਕਹਿੰਦੇ ਹਾਂ। ਠੀਕ ਹੈ, ਅਤੇ ਜਿਹੜਾ ਵਰਟੀਕਲ ਪਲੇਨ ਹੈ ਜਿਹੜਾ ਪਾਸ ਕਰਦਾ ਹੈ ਇਹਨਾਂ ਐਕਸਿਸ ਤੋਂ, ਉਹਨਾਂ ਨੂੰ ਅਸੀਂ ਮੈਗਨੈਟਿਕ ਮੈਰੀਡੀਅਨ ਕਹਿੰਦੇ ਹਾਂ। ठीक, हुण साडे कोले कुछ कॉजेज़ ने, साडियां थ्योरी है, साडी इंटरप्रटेशन है कि ये अर्थ की मैगनेटिज्म के की कॉज हो सकते हैं। ठीक है, सब तो पहला ये गैस किया जाता है कि जिहड़ा ये मैगनेटिज्म है, अर्थ का मैगनेटिज्म है, ये है बिकॉज ऑफ मोल्टन चार्ज मैटैलिक फ्लूइड्स। ठीक है, जिहदे करके करंट जिहड़ा है वो अंदर फ्लो करन लग जाता है इनसाइड दी कोर। ठीक है, तो ये करके जिहड़ा है अर्थ का मैगनेटिज्म इंट्रोड्यूस होंदा है। ठीक है, इस 3 × 10⁴ किलोमीटर के डिस्टेंस तक असीं इहनूं एक्सपीरियंस कर सकते हैं। ठीक है, तो जे लार्जर डिस्टेंसिस विच असीं इहनूं एक्सपीरियंस करना होवे तो मोशन ऑफ आयन्स जिहड़े हैं वो इन्फ्लुएंस करते हैं अर्थ के मैगनेटिक फील्ड नूं। ठीक, हुण जिहड़े मोशन ऑफ आयन्स ने ये थिन हॉट लेयर ऑफ गैस बनाते हैगे, गैस एक्सपैल होंदी हैगी जिन्हां नूं असीं सोलर विंड्स कहने हैं, जिहदे करके असीं कह रहे हैं भी करंट फ्लो होण लग गया, तो करंट फ्लो होण करके मैगनेटिज्म इंट्रोड्यूस हो गई। ठीक है, एक बंदा सीगा प्रोफैसर ब्लैकेट।
ਪ੍ਰੋਫੈਸਰ ਬਲੈਕਟ ਨੇ ਸੁਜੈਸਟ ਕੀਤਾ ਕਿ ਅਰਥ ਮੈਗਨੇਟਿਜ਼ਮ ਜਿਹੜੀ ਹੈ ਉਹ ਉਹਦੀ ਰੋਟੇਸ਼ਨ ਕਰਕੇ ਵੀ ਹੋ ਸਕਦੀ ਹੈ। ਠੀਕ ਹੈ, ਇਹ ਸਾਰੀਆਂ ਥਿਊਰੀਜ਼ ਨੇ। ਠੀਕ, ਫਿਰ ਇੱਕ ਹੋਰ ਥਿਊਰੀ ਆਈ ਕਿ ਹੈ ਨਾ ਜਿਹੜੀਆਂ ਇਹ ਗੈਸਿਸ ਨੇ ਐਟਮੋਸਫੇਅਰ ਦੀਆਂ, ਇਹ ਆਪ ਆਇਨਾਈਜ਼ ਸਟੇਟ ਵਿੱਚ ਹੁੰਦੀਆਂ। ਇਹਨਾਂ ਦੀਆਂ ਆਇਨਾਈਜ਼ ਸਟੇਟ ਵਿੱਚ ਹੋਣ ਕਰਕੇ ਠੀਕ ਹੈ ਹਾਈ ਐਨਰਜੀ ਦੀ ਰੇਡੀਏਸ਼ਨ ਜਿਹੜੀ ਹੈ ਉਹ ਸਨ ਤੋਂ ਆ ਰਹੀ ਹੈ, ਉਸ ਦੇ ਕਰਕੇ ਜਿਹੜੀਆਂ ਗੈਸਿਸ ਨੇ ਉਹ ਆਇਨਾਈਜ਼ ਹੋਈਆਂ ਹੋਈਆਂ। ਠੀਕ ਹੈ, ਤਾਂ ਜਿਹੜੇ ਐਟਮਸ ਨੇ ਉਹ ਆਇਨਾਈਜ਼ ਨੇ ਐਟਮੋਸਫੇਅਰ ਵਿੱਚ। ਠੀਕ ਹੈ, ਅਤੇ ਜਿਹੜੀ ਰੇਡੀਓ ਐਕਟੀਵਿਟੀ ਹੈਗੀ ਐਟਮੋਸਫੇਅਰ ਵਿੱਚ ਕਾਸਮਿਕ ਰੇਜ਼ ਕਰਕੇ ਵੀ ਆਇਨਾਈਜ਼ ਕਰ ਦਿੰਦੀਆਂ ਗੈਸਿਸ ਨੂੰ। ਜੇ ਗੈਸਿਸ ਆਇਓਨਾਈਜ਼ ਨੇ ਅਤੇ ਉਸ ਤੋਂ ਬਾਅਦ ਸਾਡੀ ਅਰਥ ਜਿਹੜੀ ਹੈ ਉਹ ਰੋਟੇਸ਼ਨ ਸ਼ੋ ਕਰ ਰਹੀ ਹੈ, ਤਾਂ ਓਬਵੀਅਸਲੀ ਉੱਥੇ ਇਲੈਕਟ੍ਰਿਕ ਕਰੰਟਸ ਜਿਹੜੇ ਆ ਉਹ ਫਲੋ ਕਰ ਰਹੇ ਹੋਣਗੇ। ਇਹਨਾਂ ਕਰੰਟ ਐਲੀਮੈਂਟਸ ਦੇ ਕਰਕੇ ਅਰਥ ਦੇ ਅਰਾਊਂਡ ਇੱਕ ਮੈਗਨੇਟਿਜ਼ਮ ਫੀਲਡ ਜਿਹੜੀ ਹੈ ਉਹ ਇੰਟਰੋਡਿਊਸ ਹੋਈ ਹੈ। ਹੁਣ ਇੱਕ ਹੋਰ ਵਿਊ ਹੈ ਕਿ ਜਿਹੜਾ ਸਾਡਾ ਅਰਥ ਦਾ ਕੋਰ ਹੈ ਉਹ ਆਇਰਨ ਐਂਡ ਨਿਕਲ ਨਾਲ ਬਣਿਆ ਹੋਇਆ। ਠੀਕ, ਅਤੇ ਇਹ ਕੋਰ ਬਿਕੋਜ਼ ਆਫ ਰੋਟੇਸ਼ਨ, ਠੀਕ ਹੈ, ਜਿਹੜੀ ਅਰਥ ਦੀ ਰੋਟੇਸ਼ਨ ਹੈ ਉਹ ਐਜ਼ ਅ ਡਾਇਨੈਮੋ ਐਕਟ ਕਰਵਾਉਣ ਲੱਗ ਜਾਂਦੀ ਹੈਗੀ ਕਿ ਤਾਂ ਕਰਕੇ ਅਰਥ ਜਿਹੜੀ ਹੈ ਉਹ ਮੈਗਨੇਟਾਈਜ਼ ਹੋਈ ਹੈ। ਇਹ ਕੁਝ ਥਿਊਰੀਜ਼ ਨੇ, ਥਿਓਰੈਟੀਕਲ ਥਿਊਰੀਜ਼ ਨੇ। ਠੀਕ ਹੈ, ਤੁਹਾਨੂੰ ਕੁਝ ਪਤਾ ਹੋਣੀਆਂ ਚਾਹੀਦੀਆਂ ਕਿ ਅਰਥ ਜਿਹੜੀ ਹੈ ਉਹ ਮੈਗਨੇਟਿਜ਼ਮ ਕਿਉਂ ਸ਼ੋ ਕਰ ਰਹੀ ਹੈ। ਨੈਕਸਟ ਟੌਪਿਕ ਆਪਾਂ ਕਰਨਾ ਉਹ ਹੈ ਮੈਗਨੈਟਿਕ ਐਲੀਮੈਂਟਸ। ਮੈਗਨੈਟਿਕ ਐਲੀਮੈਂਟਸ ਬੇਟਾ ਆਪਾਂ ਅੱਛੀ ਤਰ੍ਹਾਂ ਸਟੱਡੀ ਕਰਨੇ ਹੈਗੇ। ਪਲੀਜ਼ ਇਹਨਾਂ ਨੂੰ ਸਟੱਡੀ ਕਰਨ ਵਾਸਤੇ ਜਿਹੜੇ ਅਸੀਂ ਆਹ ਡਾਇਗਰਾਮ ਬਣਾਇਆ ਹੋਇਆ ਇਹ ਤੁਸੀਂ ਆਪ ਵੀ ਪਲੀਜ਼ ਆਪਦੇ ਆਪ ਹੱਥ ਨਾਲ ਕਾਪੀ 'ਤੇ ਜ਼ਰੂਰ ਬਣਾਓ। ਠੀਕ ਹੈ, ਪਹਿਲਾਂ ਤਾਂ ਇਹ ਫਿਜ਼ੀਕਲ ਕੁਆਂਟੀਟੀਜ਼ ਆਪਾਂ ਡਿਟਰਮਿਨ ਕਰਦੇ ਹੈਗੇ ਤਾਂ ਕਿ ਅਸੀਂ ਡਿਟਰਮਿਨ ਕਰ ਸਕੀਏ ਕਿ ਅਰਥ ਦੀ ਟੋਟਲ ਮੈਗਨੈਟਿਕ ਫੀਲਡ ਕੀ ਹੁੰਦੀ ਹੈ। ਇਸ ਕਰਕੇ ਅਸੀਂ ਮੈਗਨੈਟਿਕ ਐਲੀਮੈਂਟਸ ਇੰਟਰੋਡਿਊਸ ਕਰਵਾਏ ਨੇ। ਠੀਕ, ਪਹਿਲਾ ਮੈਗਨੈਟਿਕ ਐਲੀਮੈਂਟ ਹੈ ਮੈਗਨੈਟਿਕ ਡੈਕਲੀਨੇਸ਼ਨ। ਮੈਗਨੈਟਿਕ ਡੈਕਲੀਨੇਸ਼ਨ ਐਕਚੁਅਲ ਵਿੱਚ ਕੀ ਹੁੰਦਾ ਹੈ? ਇਹ ਹੁੰਦਾ ਐਂਗਲ ਜਿਹੜਾ ਕਿ ਕਿਹਦੇ ਦੋ ਚੀਜ਼ਾਂ ਦੇ ਵਿੱਚ ਹੁੰਦਾ, ਇੱਕ ਤਾਂ ਜੋਗ੍ਰਾਫਿਕਲ ਮੈਰੀਡੀਅਨ ਅਤੇ ਮੈਗਨੈਟਿਕ ਮੈਰੀਡੀਅਨ ਦੇ ਵਿੱਚ। ਠੀਕ ਹੈ, ਇੱਥੇ ਜੋਗ੍ਰਾਫਿਕਲ ਮੈਰੀਡੀਅਨ ਕੀ ਨੇ? A B C D। ਠੀਕ ਹੈ, ਅਤੇ ਮੈਗਨੈਟਿਕ ਮੈਰੀਡੀਅਨ ਕੀ ਨੇ? A D C ਡੈਸ਼ B ਡੈਸ਼। ਇਹਨਾਂ ਦੋਨਾਂ ਦੇ ਵਿੱਚ ਦਾ ਐਂਗਲ ਜਿਹੜਾ ਹੈ ਉਸਨੂੰ ਅਸੀਂ ਮੈਗਨੈਟਿਕ ਡੈਕਲੀਨੇਸ਼ਨ ਕਹਿੰਦੇ ਹਾਂ ਅਤੇ ਅਸੀਂ ਉਹਨੂੰ ਡਿਨੋਟ ਕਰਦੇ ਹਾਂ ਥੀਟਾ ਐਂਗਲ ਦੇ ਨਾਲ। ਇੱਥੇ ਐਂਗਲ ਥੀਟਾ ਹੈ, ਇਹ ਮੈਗਨੈਟਿਕ ਡੈਕਲੀਨੇਸ਼ਨ ਹੁੰਦਾ। ਉਸ ਤੋਂ ਬਾਅਦ ਆਉਂਦਾ ਸਾਡੇ ਕੋਲ ਮੈਗਨੈਟਿਕ ਇਨਕਲੀਨੇਸ਼ਨ ਔਰ ਡਿਪ। ਯੂਜੂਲੀ ਅਸੀਂ ਡਿਪ ਦੀ ਟਰਮੀਨੋਲੋਜੀ ਹੀ ਯੂਜ਼ ਕਰਦੇ ਹਾਂ। ਇਹ ਕੀ ਹੁੰਦੀ ਹੈਗੀ ਕਿ ਇਹ ਹੁੰਦਾ ਐਂਗਲ ਜਿਹੜਾ ਕਿ ਬਣਾਇਆ ਜਾਂਦਾ ਹੈ ਡਾਇਰੈਕਸ਼ਨ ਆਫ ਅਰਥਸ ਟੋਟਲ ਮੈਗਨੈਟਿਕ ਫੀਲਡ ਅਤੇ ਹੌਰੀਜ਼ੋਂਟਲ ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਪਲੀਜ਼ ਬੇਟਾ ਇਹ ਇਸ ਡੈਫੀਨੇਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮੰਨ ਲਓ ਸਾਡੇ ਕੋਲ ਆਹ ਟੋਟਲ ਮੈਗਨੈਟਿਕ ਫੀਲਡ ਜੋ ਵੀ ਅਰਥ ਦੀ ਹੈਗੀ ਉਹਦੀ ਡਾਇਰੈਕਸ਼ਨ ਆਹ ਹੈ। ਠੀਕ ਹੈ, ਫਰੋਮ A to P। ਠੀਕ ਹੈ, ਅਤੇ ਇਹਦਾ ਹੁਣ ਆਪਾਂ ਇੱਕ ਹੌਰੀਜ਼ੋਂਟਲ ਕੰਪੋਨੈਂਟ ਅਤੇ ਇੱਕ ਵਰਟੀਕਲ ਕੰਪੋਨੈਂਟ ਜਿਹੜਾ ਹੈ ਉਹ ਇੰਟਰੋਡਿਊਸ ਕਰਵਾ ਸਕਦੇ ਹਾਂ। ਮਤਲਬ ਕਿ ਆਪਾਂ ਇਹਨੂੰ ਡਿਵਾਈਡ ਕਰ ਸਕਦੇ ਹਾਂ ਕੰਪੋਨੈਂਟਸ ਵਿੱਚ। ਠੀਕ ਹੈ, ਕਿਉਂਕਿ ਇਹ ਵੈਕਟਰ ਕੁਆਂਟਿਟੀ ਹੈ ਤਾਂ ਇਹਦਾ ਇਸ ਡਾਇਰੈਕਸ਼ਨ 'ਚ A to L ਇੱਕ ਹੌਰੀਜ਼ੋਂਟਲ ਕੰਪੋਨੈਂਟ ਬਣ ਜਾਏਗਾ ਅਤੇ A to M ਇੱਕ ਵਰਟੀਕਲ ਕੰਪੋਨੈਂਟ ਬਣ ਸਕਦਾ। ਅਸੀਂ ਉਹਨੂੰ ਕੰਪੋਨੈਂਟਸ ਵਿੱਚ ਡਿਵਾਈਡ ਕਰਤਾ ਮੈਗਨੈਟਿਕ ਫੀਲਡ ਨੂੰ। ਹੁਣ ਜਿਹੜਾ ਐਂਗਲ ਟੋਟਲ ਮੈਗਨੈਟਿਕ ਫੀਲਡ ਅਤੇ ਹੌਰੀਜ਼ੋਂਟਲ ਕੰਪੋਨੈਂਟ ਆਪਸ ਵਿੱਚ ਬਣਾ ਰਿਹਾ ਹੈ ਦੈਟ ਇਜ਼ ਡੈਲਟਾ। ਇਸ ਡੈਲਟਾ ਐਂਗਲ ਨੂੰ ਅਸੀਂ ਡਿਪ ਕਹਿੰਦੇ ਹਾਂ। ਗੱਲ ਸਮਝ ਲੱਗੀ? ਠੀਕ ਹੈ, ਟੋਟਲ ਮੈਗਨੈਟਿਕ ਫੀਲਡ ਅਤੇ ਹੌਰੀਜ਼ੋਂਟਲ ਕੰਪੋਨੈਂਟ ਦੇ ਵਿੱਚ ਦਾ ਜਿਹੜਾ ਐਂਗਲ ਹੁੰਦਾ ਹੈ ਉਸਨੂੰ ਅਸੀਂ ਡਿਪ ਕਹਿੰਦੇ ਹਾਂ। ਹੁਣ ਨੈਕਸਟ ਸਾਡੇ ਕੋਲ ਆਉਂਦਾ ਹੌਰੀਜ਼ੋਂਟਲ ਕੰਪੋਨੈਂਟ ਆਫ ਅਰਥਸ ਮੈਗਨੈਟ ਫੀਲਡ। ਠੀਕ ਹੈ, ਇਹ ਕੀ ਹੁੰਦਾ ਹੈਗਾ ਕਿ ਅਸੀਂ ਇਕੱਲਾ ਹੌਰੀਜ਼ੋਂਟਲ ਕੰਪੋਨੈਂਟ ਕੱਢਣਾ ਚਾਹੁੰਦੇ ਹਾਂ। ਇਹਨੂੰ ਅਸੀਂ ਕੀ ਕਹਿੰਦੇ ਹਾਂ? BH। ਹੌਰੀਜ਼ੋਂਟਲ ਨੂੰ BH, ਵਰਟੀਕਲ ਨੂੰ BV। ਹੁਣ ਜਿਹੜਾ ਇਹ ਕੰਪੋਨੈਂਟ ਹੈ ਅਸੀਂ ਇੱਥੇ ਲੈ ਲਿਆ AM ਸਾਡੀ BV ਹੋ ਗਈ, AL ਸਾਡੀ BH ਹੋ ਗਈ, ਸਾਡਾ ਟੋਟਲ ਮੈਗਨੈਟਿਕ ਫੀਲਡ ਜਿਹੜੀ ਹੈ ਉਹ AP ਹੋ ਗਈ। ਅਸੀਂ ਇਹਨਾਂ ਨੂੰ ਕੀ ਕੀਤਾ? ਇੱਕ ਰੈਕਟੈਂਗਲ ਦੀ ਫੋਰਮ ਵਿੱਚ ਪੂਰਾ ਇੰਟਰੋਡਿਊਸ ਕਰਾ ਲਿਆ। ਠੀਕ ਹੈ, ਜੇ ਅਸੀਂ ਹੁਣ ਰਾਈਟ ਐਂਗਲ ਟਰਾਇੰਗਲ ALP ਦੇਖਦੇ ਹਾਂ, ALP। ਠੀਕ ਹੈ, ਤਾਂ ਸਾਡਾ 90 ਡਿਗਰੀਜ਼ ਦਾ ਐਂਗਲ ਹੋ ਗਿਆ। ਆਹ ਸਾਡਾ ਡੈਲਟਾ ਐਂਗਲ ਡਿਪ ਹੈਗਾ ਹੀ ਹੈ। ਆਹ ਸਾਡਾ ਟੋਟਲ ਮੈਗਨੈਟਿਕ ਫੀਲਡ ਹੈ। ਠੀਕ, ਆਹ ਸਾਡੀ ਹੌਰੀਜ਼ੋਂਟਲ ਕੰਪੋਨੈਂਟ ਹੈ BH। ਠੀਕ, ਅਤੇ ਇੱਧਰ ਸਾਡਾ LP ਜਿਹੜਾ ਹੋਏਗਾ ਦੈਟ ਵਿਲ ਬੀ ਵਰਟੀਕਲ ਕੰਪੋਨੈਂਟ ਹੋਏਗਾ, ਕਿਉਂਕਿ ਅਸੀਂ ਇੱਕ ਰੈਕਟੈਂਗਲ ਬਣਾ ਰਹੇ ਹਾਂ, ਆਪੋਜ਼ਿਟ ਸਾਈਡਸ ਆਰ ਇਕੁਅਲ। ਤਾਂ ਇੱਥੋਂ ਅਸੀਂ ਕੋਸ ਡੈਲਟਾ ਦੀ ਵੈਲਿਊ ਫਾਈਂਡ ਕੀਤੀ, ਉਹ ਕੀ ਹੋਏਗੀ? AL ਅਪੋਨ AP। ਤਾਂ ਉਹ ਵੈਲਿਊਜ਼ ਅਸੀਂ ਪੁੱਟ ਕਰਤੀਆਂ ਤਾਂ ਇੱਥੋਂ ਸਾਡੇ ਕੋਲ ਹੌਰੀਜ਼ੋਂਟਲ ਕੰਪੋਨੈਂਟ ਆ ਗਿਆ BH ਇਜ਼ ਇਕੁਅਲ ਟੂ B cos ਡੈਲਟਾ।
फिर असी साइन कंपोनेंट कढ़िया, साइन इज इक्वल टू LP अपॉन AP इत्थे इस राइट एंगल ट्राइंगल विच, जिहदी वैल्यू आई BV अपॉन B। तो साडे कोले वर्टिकल कंपोनेंट आ गया B साइन डेल्टा दे इक्वल। जे हुण असीं ये दोनों इक्वेशनस नूं, इक्वेशन 1 एंड इक्वेशन 2 नूं स्क्वेयरिंग एंड एडिंग करदे हां, तो साडे कोले आउंदा है BH स्क्वायर प्लस BV स्क्वायर इज इक्वल टू B स्क्वायर कॉस स्क्वायर डेल्टा प्लस B स्क्वायर साइन स्क्वायर डेल्टा। जे असीं B स्क्वायर नूं इस इक्वेशन विच B स्क्वायर नूं कॉमन कट के साइड ते कर लैंदे हैगे ते बाकी ब्रैकेट दे अंदर की रह जांदा है कॉस स्क्वायर डेल्टा प्लस साइन स्क्वायर डेल्टा विच इज इक्वल टू 1। ट्रिग्नोमैट्री इक्वेशन कॉस स्क्वायर थीटा प्लस साइन स्क्वायर थीटा इज इक्वल टू 1। तो इनू सिंपलीफाई करके साडे कोले वैल्यू आ जाती है B स्क्वायर इज इक्वल टू BH स्क्वायर प्लस BV स्क्वायर। जे असीं आह सैकेंड इक्वेशन एंड फस्ट इक्वेशन नूं डिवाइड करते हैं तो साडे कोले आंदा है BV डिवाइडेड बाय BH, मतलब वर्टिकल कंपोनेंट ऑफ मैगनैटिक फील्ड एंड हॉरिजॉन्टल कंपोनेंट ऑफ मैगनैटिक फील्ड किहदे इक्वल हो जाता है tan ऑफ द एंगल डेल्टा। डेल्टा की है साडे कोले डिप, ठीक है, ये साडे कोले tan दे इक्वल आ जाती है टेंजेंट ऑफ एंगल डेल्टा। इस दे नाल बेटा साडा अज दा जिहड़ा ये चैप्टर है वो कंप्लीट हो रहा। आई होप तुहानूं ये थोड़ा थ्योरैटिकल कंसैप्ट्स अच्छी तरह समझ आए होंगे। जिहड़े लास्ट वाले टॉपिक्स ने स्पैशली मैगनैटिक एलीमेंट्स, प्लीज़ इन्हों आप स्टडी करो, ठीक है, आपदे हाथ नाल बना के देखो, आपदे हाथ नाल इक्वेशन सॉल्व करो सो दैट तुहानूं इहदे विच कोई डाउट ना रहे, ठीक है जी।